ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਕਰੰਟ ਅਫੇਅਰ ਦੇ ਇਸ ਵੀਕਲੀ ਸੈਸ਼ਨ ਦੇ ਵਿੱਚ। ਅੱਜ ਆਪਾਂ ਕਵਰ ਕਰਾਂਗੇ ਮੋਸਟ ਇੰਪੋਰਟੈਂਟ ਕੁਐਸਚਨ ਜਿਹੜੇ ਆਉਣ ਵਾਲੇ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਪੁੱਛੇ ਜਾ ਸਕਦੇ ਨੇ। ਤੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ ਵਾਟ ਵਾਸ ਦਾ ਵੈਨਿਊ ਆਫ ਯੂਨਾਈਟਿਡ ਨੇਸ਼ਨ ਓਸ਼ੀਅਨ ਕਾਨਫਰੰਸ 2025। ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਨਾਈਸ, ਫਰਾਂਸ। ਫਰਾਂਸ ਦੇ ਵਿੱਚ ਇਹ ਜਗ੍ਹਾ ਹੈ ਨਾਈਸ, ਜਿੱਥੇ 8 ਜੂਨ ਤੋਂ ਲੈ ਕੇ 13 ਜੂਨ ਜਿਹੜੀ ਡੇਟ ਹੈ ਉਹ ਯੂਨਾਈਟਿਡ ਨੇਸ਼ਨ ਓਸ਼ੀਅਨ ਕਾਨਫਰੰਸ ਦੀ ਜਿਹੜੀ ਹੈ ਇਹ ਤੀਸਰੀ ਯੂਨਾਈਟਿਡ ਨੇਸ਼ਨ ਓਸ਼ੀਅਨ ਕਾਨਫਰੰਸ ਹੈ, ਜਿਸ ਦਾ ਫੋਕਸ ਹੈ ਲਾਈਫ ਬਿਲੋ ਵਾਟਰ ਦੇ ਉੱਤੇ। ਨੈਕਸਟ ਹੈ ਵਟ ਨਿਊ ਡੇ ਡਿਡ ਦਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਡਿਕਲੇਅਰ। ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਦੇ ਵੱਲੋਂ ਬਾਕੀ ਦਿਨ ਨਿਰਧਾਰਤ ਕੀਤੇ ਹੋਏ ਨੇ, ਜਿਸ ਤਰ੍ਹਾਂ ਆਪਾਂ ਯੋਗਾ ਡੇ ਦੇ ਇੰਟਰਨੈਸ਼ਨਲ ਯੋਗਾ ਡੇ ਨੂੰ ਦੇਖਦੇ ਹਾਂ, ਐਸੇ ਤਰ੍ਹਾਂ ਹੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ ਹਾਲ ਹੀ ਦੇ ਵਿੱਚ ਇੱਕ ਨਵਾਂ ਦਿਨ ਡਿਕਲੇਅਰ ਕੀਤਾ ਹੈ। ਉਹ ਜੋ ਦਿਨ ਡਿਕਲੇਅਰ ਕੀਤਾ ਹੈ ਉਹ ਹੈ ਇੰਟਰਨੈਸ਼ਨਲ ਡੇ ਅਗੇਂਸਟ ਯੂਨੀਲੇਟਰਲ ਕੋਰਿਸਿਵ ਮੈਜ਼ਰਸ। ਇੱਥੇ ਹੁਣ ਜੋ ਗੱਲ ਬਣਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਜਾਣ ਲਈਏ ਕਿ ਯੂਨੀਲੇਟਰਲ ਕੋਰਿਸਿਵ ਮੈਜ਼ਰਸ ਇਹ ਕੀ ਚੀਜ਼ ਹੈ। The term unilateral coercive measures usually refers to economic measures taken by one state to compel a change in the policy of another state. Examples of such measures include trade. ਜਿਸ ਤਰ੍ਹਾਂ ਕੋਈ ਇੱਕ ਦੇਸ਼ ਦੂਸਰੇ ਦੇਸ਼ ਦੇ ਉੱਤੇ ਸੈਂਕਸ਼ਨ ਲਗਾ ਦਿੰਦਾ ਹੈ, ਉਸਦੀ ਟ੍ਰੇਡ ਪਾਲਿਸੀ ਨੂੰ ਪ੍ਰਭਾਵਿਤ ਕਰਦਾ ਹੈ, ਐਸੇ ਤਰ੍ਹਾਂ ਦੀ ਜਿਹੜੀ ਪਾਲਿਸੀਜ਼ ਦੇਸ਼ਾਂ ਵੱਲੋਂ ਵਰਤੀ ਜਾਂਦੀ ਹੈ ਉਸ ਦੇ ਅਗੇਂਸਟ ਯੂਨਾਈਟਿਡ ਨੇਸ਼ਨ ਨੇ ਇਹ ਦਿਨ ਡਿਕਲੇਅਰ ਕੀਤਾ ਹੈ। ਵਿਚ ਇੰਡੀਅਨ ਇੰਸਟੀਚਿਊਟ which Indian research body gained WHO category A status. WHO यानी ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇੰਡੀਆ ਦੀ ਕਿਸੇ ਇੱਕ ਆਰਗੇਨਾਈਜੇਸ਼ਨ ਨੂੰ ਕੈਟੇਗਰੀ A ਦਾ ਸਟੇਟਸ ਦਿੱਤਾ ਹੈ। ਉਹਦਾ ਆਨਸਰ ਹੈ ਨਿਸਾਦ। ਨਿਸਾਦ ਸਟੈਂਡ ਫॉर ਨੈਸ਼ਨਲ ਇੰਸਟੀਚਿਊਟ ਆਫ ਹਾਈ ਸਿਕਿਉਰਿਟੀ ਐਨੀਮਲ ਡਿਸੀਜ਼, ਜਿਹੜੀ ਭੋਪਾਲ ਬੇਸਡ ਇੰਸਟੀਚਿਊਟ ਹੈ। ਵੇਅਰ ਇਜ਼ ਦਾ DRDO ਸ਼ੋਕੇਸਿੰਗ ਇਟਸ ਡਿਫੈਂਸ ਟੈਕਨੋਲੋਜੀ ਇਨ 2025। ਇਸ ਦਾ ਰਾਈਟ ਆਨਸਰ ਹੈ ਪੈਰਿਸ ਏਅਰ ਸ਼ੋ। ਪੈਰਿਸ ਏਅਰ ਸ਼ੋ ਦੇ ਵਿੱਚ DRDO ਆਪਣੀ ਟੈਕਨੋਲੋਜੀ ਨੂੰ ਪ੍ਰੈਜ਼ੈਂਟ ਕਰੇਗਾ। ਕੀ ਹੈ ਇਸ ਦਾ ਐਕਸਪਲੇਨੇਸ਼ਨ? DRDO ਇਜ਼ ਪ੍ਰੈਜ਼ੈਂਟਿੰਗ ਇਟਸ ਟੈਕਨੋਲੋਜੀਜ਼ ਐਟ ਦਾ ਪੈਰਿਸ ਏਅਰ ਸ਼ੋ 2025। ਇਟ ਰਿਫਲੈਕਟਸ ਇੰਡੀਆਜ਼ ਐਮਰਜੈਂਸ ਐਜ਼ ਅ ਡਿਫੈਂਸ ਟੈਕ ਇਨੋਵੇਟਰ ਐਂਡ ਸ਼ਿਫਟ ਫਰੋਮ ਇੰਪੋਰਟਰ ਟੂ ਗਲੋਬਲ ਪਲੇਅਰ। ਵਾਟ ਇਜ਼ ਦਾ ਪਰਪਜ਼ ਆਫ ਧਰਤੀ ਆਬਾ ਜਨ ਭਾਗੀਦਾਰੀ ਅਭਿਆਨ? ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਇਹ ਇਨੀਸ਼ੀਏਟਿਵ ਚਲਾਇਆ ਗਿਆ ਹੈ, ਜਿਸ ਦਾ ਮੇਨ ਆਬਜੈਕਟਿਵ ਹੈ, ਮੇਨ ਪਰਪਜ਼ ਹੈ ਟਰਾਈਬਲ ਇੰਪਾਵਰਮੈਂਟ। ਸਾਡੇ ਦੇਸ਼ ਦੇ ਬਹੁਤ ਸਾਰੇ ਸਟੇਟਾਂ ਦੇ ਵਿੱਚ, ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਾਫੀ ਸਾਰੀ ਟਰਾਈਬਲ ਜਨਜਾਤੀਆਂ ਰਹਿੰਦੀਆਂ ਨੇ। ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਜਾਂ ਉਹਨਾਂ ਦੀ ਰੋਜ਼ਾਨਾ ਲਾਈਫ ਨੂੰ ਅਪਲਿਫਟ ਕਰਨ ਵਾਸਤੇ, ਟਰਾਈਬਲ ਇੰਪਾਵਰਮੈਂਟ ਵਾਸਤੇ ਗਵਰਨਮੈਂਟ ਆਫ ਇੰਡੀਆ ਦਾ ਇਹ ਇਨੀਸ਼ੀਏਟਿਵ ਹੈ। ਧਰਤੀ ਆਬਾ ਜਨ ਭਾਗੀਦਾਰੀ ਅਭਿਆਨ launched by Tribal Affairs Ministry aims to securate welfare schemes in the 1 lakh tribal villages, marking India's largest tribal outreach. ਅਗਲਾ ਜਿਹੜਾ ਕੁਐਸਚਨ ਹੈ what anniversary was celebrated on World Crocodile Day 2025? ਇਹਦਾ ਜੋ ਸਹੀ ਆਨਸਰ ਹੈ ਉਹ ਹੈ ਪੰਜਾਬੀ ਵਰ੍ਹੇਗੰਢ। ਇਹ ਇੱਕ ਪ੍ਰੋਜੈਕਟ ਹੈ ਜੋ ਗਵਰਨਮੈਂਟ ਆਫ ਇੰਡੀਆ ਨੇ 1975 ਦੇ ਵਿੱਚ ਸਟਾਰਟ ਕੀਤਾ ਸੀ। ਪ੍ਰੋਜੈਕਟ ਦਾ ਨਾਮ ਕੀ ਹੈ? ਕ੍ਰੋਕੋਡਾਈਲ ਕੰਜ਼ਰਵੇਸ਼ਨ ਪ੍ਰੋਜੈਕਟ। ਔਰ ਇਸ ਦਾ ਜੋ ਏਮ ਸੀ ਉਹ ਏਮ ਸੀ ਜੋ ਨੇਟਿਵ ਕ੍ਰੋਕੋਡਾਈਲ ਸਪੀਸ਼ੀਜ਼ ਹੈ ਉਹਨਾਂ ਦੀ ਕੰਜ਼ਰਵੇਸ਼ਨ ਵਾਸਤੇ। ਵਿਚ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਵਿਲ ਨਾਸਾ ਐਂਡ ਇਸਰੋ ਜੁਆਇੰਟਲੀ ਲਾਂਚ? ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਨਿਸਾਰ। ਦਾ ਨਿਸਾਰ ਸੈਟੇਲਾਈਟ ਵਰਥ $1.5 billion will be jointly launched by NASA and ISRO in July 2025 for high resolution Earth observation. Which company is set to manufacture Falcon 2000 jets in India? ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਰਿਲਾਇੰਸ ਐਰੋਸਟਰਕਚਰ। ਰਿਲਾਇੰਸ ਐਰੋਸਟਰਕਚਰ has partnered with Dassault Aviation to manufacture Falcon 2000 jets in India, contributing to Make in India in aerospace. ਇਹ ਜੋ Dassault Aviation ਹੈ ਇਹ ਉਹੀ ਕੰਪਨੀ ਹੈ ਜੋ ਫਰਾਂਸ ਦੀ ਜਿਸਨੇ ਰਾਫੇਲ ਜੈਟ ਬਣਾਇਆ ਸੀ। Where did the Google open its first safety engineering center in Asia Pacific? सही आंसर है हैदराबाद। Google inaugurated its first safety engineering center in Asia Pacific in Hyderabad, making it the
post globally. It focuses on enhancing user data safety and online security in the region. ये जो सेफ्टी एंड इंजीनियरिंग सेंटर एस्टेब्लिश करने का जो एम है वो है यूजर डाटा सेफ्टी एंड ऑनलाइन सिक्योरिटी. व्हाट इज द नेम ऑफ द आंध्र प्रदेश योगा कैंपेन? सही आंसर है योग आंध्रा 2025. योग आंध्रा 2025 is a month-long initiative via the Andhra Pradesh government that promotes yoga in the rural and urban areas across all 26 districts, culminating on 21st June International Yoga Day. ਆਂਧਰਾ ਪ੍ਰਦੇਸ਼ ਗਵਰਨਮੈਂਟ ਵੱਲੋਂ ਯੋਗਾ ਦੇ ਨਾਂ ਤੇ ਜੋ ਕੰਪੇਨ ਚਲਾਈ ਗਈ ਹੈ ਯੋਗ ਆਂਧਰਾ 2025 ਇਹ 1 ਮਹੀਨੇ ਪਰ ਚੱਲਣ ਵਾਲਾ ਇਨੀਸ਼ੀਏਟਿਵ ਹੈ ਔਰ ਇਸ ਦਾ ਜੋ ਏਮ ਹੈ ਰੂਰਲ ਤੇ ਅਰਬਨ ਏਰੀਆ ਦੇ ਵਿੱਚ ਯੋਗਾ ਨੂੰ ਪ੍ਰਮੋਟ ਕਰਨਾ. What is the theme of the 11th International Day of Yoga in 2025? Right answer is Yoga for One Earth, One Health. The 2025 Yoga Day theme, Yoga for One Earth, One Health, aligns with India's G20 vision of One Earth, One Family and One Future. ਜੇਕਰ ਤੁਹਾਡੇ G20 ਦਾ ਥੀਮ ਯਾਦ ਹੋਵੇ ਜਦੋਂ G20 ਦੀ ਬੈਠਕ ਜਿਹੜੀ ਇੰਡੀਆ ਦੇ ਵਿੱਚ ਹੋਈ ਸੀ ਤਾਂ ਉਸ ਦਾ ਜੋ ਥੀਮ ਸੀ ਉਹ ਸੀ ਵਨ ਅਰਥ ਵਨ ਫੈਮਿਲੀ ਐਂਡ ਵਨ ਫਿਊਚਰ. ਕਿਤੇ ਨਾ ਕਿਤੇ ਗਵਰਨਮੈਂਟ ਆਫ ਇੰਡੀਆ ਨੇ ਹੁਣ ਇੰਟਰਨੈਸ਼ਨਲ ਯੋਗਾ ਡੇ ਨੂੰ G20 ਦੇ ਨਾਲ ਅਲਾਈਨ ਕਰਨ ਵਾਸਤੇ ਸਿੰਕ ਕਰਨ ਵਾਸਤੇ ਇਸ ਦਾ ਜੋ ਥੀਮ ਹੈ ਉਹ ਥੀਮ ਰੱਖਿਆ ਹੈ ਯੋਗਾ ਫॉर वन अर्थ वन हेल्थ. Where was the 15th South Asian Bodybuilding Championship 2025 held? Right answer is ਭੂਟਾਨ. ਭੂਟਾਨ ਦੀ ਜੋ ਰਾਜਧਾਨੀ ਹੈ ਥਿੰਪੂ ਦੇ ਵਿੱਚ ਇਹ ਖੇਡਾਂ ਹੋਣ ਜਾ ਰਹੀਆਂ ਹਨ ਜਿਹੜੀਆਂ ਕਿ 15ਵੀਆਂ ਸਾਊਥ ਏਸ਼ੀਆ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਹਨ. ਨੈਕਸਟ ਕੰਟਰੀ ਹੈ which countries will co-host the 2025 Women ODI World Cup? Right answer is India and Sri Lanka. The 2025 Women's One Day International World Cup will be jointly hosted by India and Sri Lanka from 30th September to 2nd November 2025. It promises to boost women's cricket in South Asia. ਇਹ ਜੋ ਖੇਡਾਂ ਨੇ ਇਹਨਾਂ ਨੂੰ ਇੰਡੀਆ ਤੇ ਸ਼੍ਰੀਲੰਕਾ ਜੁਆਇੰਟਲੀ ਹੋਸਟ ਕਰ ਰਹੇ ਨੇ ਜਿਹੜੀਆਂ 30 ਸੈਪਟੰਬਰ ਤੋਂ ਲੈ ਕੇ 2 ਨਵੰਬਰ ਤੱਕ ਚੱਲਣਗੀਆਂ. ਇਸ ਦਾ ਜੋ ਏਮ ਹੈ ਵਿਮਨ ਕ੍ਰਿਕਟ ਨੂੰ ਸਾਊਥ ਏਸ਼ੀਆ ਦੇ ਜੋ ਦੇਸ਼ ਨੇ ਉਹਨਾਂ ਵਿੱਚ ਪ੍ਰਮੋਟ ਕਰਨਾ. Which Indian women cricketer reclaimed number 1 spot in ICC ODI ranking? Right answer is Smriti Mandhana. Smriti Mandhana topped ICC Women's ODI ranking with 727 points. Who has been appointed the new India head of Meta from July 2025? Right answer is Arun Srinivas. Meta has appointed Arun Srinivas as a new managing director and India head from 1st July 2025, reflecting Meta's continued strategic focus on Indian digital markets. Who is leading India's junior men's hockey team in Germany? The right answer is Arayjit Singh Hundal. Arayjit Singh Hundal captains the Indian junior men's hockey team at the Four Nation tournament in Germany, ਜੋ 21 ਜੂਨ 2025 ਤੋਂ ਸ਼ੁਰੂ ਹੋ ਰਹੀਆਂ ਨੇ. Who became the MI6th first female chief in 2025? Right answer is ਇਸ ਦਾ ਜੋ ਰਾਈਟ ਆਂਸਰ ਹੈ ਉਹ ਹੈ ਬਲਿਸ ਮੈਟਰੀਵਲੀ. MI6 ਹੈ ਜੋ ਇਹ UK ਦੀ ਇੱਕ ਇੰਟੈਲੀਜੈਂਸ ਏਜੰਸੀ ਹੈ ਜਿਸ ਦੀ ਜੋ ਚੀਫ ਹੈ ਜੋ ਪਹਿਲੀ ਫੀਮੇਲ ਚੀਫ ਜਿਸ ਨੂੰ ਅਪਾਇੰਟ ਕੀਤਾ ਗਿਆ ਉਹ ਹੈ ਬਲਿਸ ਮੈਟਰੀਵਲੀ. Who was appointed as a first women secretary of a Department of Economic Affairs? Right answer is Anuradha Thakur. Anuradha Thakur ji ਜਿਹੜੇ Department of Economic Affairs ਦੇ ਸੈਕਟਰੀ ਅਪਾਇੰਟ ਕੀਤੇ ਗਏ ਨੇ. ਇਹ ਫਸਟ ਫੀਮੇਲ ਸੈਕਟਰੀ ਹੈ ਜਿਨ੍ਹਾਂ ਨੂੰ ਅਪਾਇੰਟ ਕੀਤਾ ਗਿਆ ਹੈ. ਇਹਨਾਂ ਨੇ ਸਕਸੀਡ ਕੀਤਾ ਹੈ ਅਜੇ ਸੇਠ ਜੀ ਨੂੰ. Who was recently appointed General Secretary of Telangana Congress? Right answer is Asaduddin. Asaduddin is a son of cricketer Mohammad Azharuddin. ਥੈਂਕ ਯੂ ਦੋਸਤੋ. ਵੀਡੀਓ ਦੇਖਣ ਲਈ ਧੰਨਵਾਦ. ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ.